ਈਓ ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ। ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ, ਜਿਸ ਦੇ ਵਿੱਚ ਆਪ ਜੀਆਂ ਨੇ ਹਾਜ਼ਰੀ ਭਰ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਪਾਠ, ਗੁਰਬਾਣੀ ਕੀਰਤਨ ਆਪ ਜੀਆਂ ਨੇ ਬੜੇ ਪਿਆਰ ਨਾਲ ਭਾਈ ਜਗਜੀਤ ਸਿੰਘ ਜੀ ਗੁਰਦਾਸਪੁਰ ਵਾਲੇ ਉਹਨਾਂ ਦੇ ਰਾਗੀ ਜਥੇ ਪਾਸੋਂ ਸਰਵਣ ਕੀਤਾ ਹੈ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਸ਼ਲੋਕ 12 ਤੇ ਵਧੀਕ ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਵਿਚਾਰ ਚੱਲ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1418 ਅੰਗ ਤੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਹੈ। ਆਓ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਮਤ ਬੁੱਧ ਸੋਝੀ ਬਖਸ਼ਿਸ਼ ਕਰਕੇ ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਵਨ ਪਵਿੱਤਰ ਸ਼ਬਦਾਂ ਦੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਮਨ ਦੇ ਟਿਕਾਓ ਤੇ ਇਕਾਗਰਤਾ ਦੇ ਲਈ ਆਓ ਮਿਲ ਕੇ ਉਚਾਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਜਿਨ੍ਹਾਂ ਸਤਿਗੁਰ ਪੁਰਖ ਨ ਸੇਵਿਓ, ਸ਼ਬਦ ਨ ਕੀਤੋ ਵਿਚਾਰ। ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਮਨੁੱਖਾ ਜੀਵਨ ਦਾ ਮਨੋਰਥ ਸਮਝਾਉਂਦਿਆਂ ਹੋਇਆਂ ਮੇਰੇ ਸਾਹਿਬ ਕਹਿੰਦੇ, ਜਿਨ੍ਹਾਂ ਨੇ ਸਤਿਗੁਰੂ ਪੁਰਖ ਨੂੰ, ਜੋ ਪਰਮੇਸ਼ਰ ਦਾ ਸਰੂਪ ਸਤਿਗੁਰੂ ਹੈ, ਗੁਰ ਪਰਮੇਸ਼ਰ ਏਕੋ ਜਾਨ, ਜਿਨ੍ਹਾਂ ਨੇ ਉਸ ਸਤਿਪੁਰਖ ਪਰਮਾਤਮਾ ਅਕਾਲ ਪੁਰਖ ਗੁਰੂ ਦੇ ਸ਼ਬਦ ਨੂੰ ਜਾਣਿਆ ਨਹੀਂ, ਵਿਚਾਰ ਨਹੀਂ ਕੀਤੀ, ਸਮਝਿਆ ਨਹੀਂ ਆਤਮਿਕ ਜੀਵਨ ਕੀ ਹੈ, ਉਹਨਾਂ ਬਾਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਉਂ ਕਹਿ ਰਹੇ ਹਨ। ਵੇ ਮਾਨਸ ਜੂਨ ਨ ਆਖੀਅਨ, ਪਸੂ ਟੋਰ ਗਵਾਰ। ਮੇਰੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹੈ ਤਾਂ ਭਾਵੇਂ ਮਨੁੱਖ ਨੇ, ਪਰ ਜੇ ਉਹਨਾਂ ਨੂੰ ਇਹ ਸਮਝੇ ਨਹੀਂ ਕਿ ਮਨੁੱਖਾ ਜੀਵਨ ਦਾ ਮਨੋਰਥ ਕੀ ਹੈ, ਜੇ ਇਸ ਦੀ ਸਮਝ ਨਹੀਂ ਤੇ ਮੇਰੇ ਸਾਹਿਬ ਜੀ ਕਹਿੰਦੇ ਉਹ ਜ਼ਿੰਦਗੀ ਪਸ਼ੂਆਂ ਵਰਗੀ ਜਿਉਂਦੇ ਪਏ ਨੇ। ਉਹ ਮਨੁੱਖ ਨਹੀਂ, ਉਹ ਤਾਂ ਪਸ਼ੂ ਕਹਿਣੇ ਚਾਹੀਦੇ। ਆਪਾਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ ਜਦੋਂ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਹੁਣ ਐਸਾ ਕਿਉਂ ਕਹਿਣਾ ਪੈ ਗਿਆ ਮੇਰੇ ਸਾਹਿਬ ਜੀ ਨੂੰ? ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਕਿ ਮਨੁੱਖਾ ਜਿਹੜਾ ਜੀਵਨ ਹੈ ਨਾ, ਇਹ 84 ਲੱਖ ਜੂਨਾਂ ਤੋਂ ਉੱਤਮ ਤੈਨੂੰ ਪਰਮਾਤਮਾ ਨੇ ਬਣਾ ਕੇ ਭੇਜਿਆ। ਬਾਕੀ ਦੀਆਂ ਜੂਨਾਂ ਤੇ ਤੇਰੇ ਪਾਣੀ ਭਰਨ ਵਾਸਤੇ ਬਣਾਈਆਂ ਨੇ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਲੱਖ 84 ਜੂਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੈ, ਸੋ ਆਏ ਜਾਏ ਦੁੱਖ ਪਾਏਂਦਾ। ਮੇਰੇ ਸਾਹਿਬ ਨੇ ਕਿਹਾ, ਤੈਨੂੰ ਵਾਹਿਗੁਰੂ ਪਰਮਾਤਮਾ ਨੇ ਮਨੁੱਖਾ ਜੀਵਨ ਦੀ ਜਿਹੜੀ ਇਹ ਦਾਤ ਬਖਸ਼ਿਸ਼ ਕੀਤੀ ਹੈ, ਜਿਹਦੇ ਬਾਰੇ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮਾਨਸ ਜਨਮ ਦੁਲਭ ਹੈ, ਹੋਏ ਨਾ ਬਾਰੈ ਬਾਰ, ਜੋ ਬਨ ਫਲ ਪਾਕੇ ਭੋਏ ਗਿਰਹਿ ਬੌਰ ਨਾ ਲਾਗੇ ਡਾਰ।
ਇਹ ਜਿਹੜਾ ਮਨੁੱਖਾ ਜੀਵਨ ਵਾਹਿਗੁਰੂ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ, ਜੇ ਜੀਵ ਨੇ ਇਸ ਦੀ ਕਦਰ ਨੂੰ ਜਾਣਿਆ ਹੀ ਨਹੀਂ ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਜੀਵ ਜਿਹੜਾ ਸ਼ਬਦ ਤੋਂ ਟੁੱਟ ਗਿਆ, ਗੁਰਮਤਿ ਤੋਂ ਟੁੱਟ ਗਿਆ, ਗੁਰੂ ਦੇ ਸਿਧਾਂਤ ਤੋਂ ਟੁੱਟ ਗਿਆ, ਉਹ ਸਤਿਗੁਰੂ ਕਹਿੰਦੇ ਪਸ਼ੂਆਂ ਵਰਗੀ ਜ਼ਿੰਦਗੀ ਜਿਉਂਦਾ ਹੈ। ਤਾਂ ਇਹਦਾ ਮਤਲਬ ਇਹ ਬਣ ਜਾਂਦਾ ਹੈ ਕਿ ਕੀ ਜੀਵ ਜਦੋਂ ਪਸ਼ੂਆਂ ਵਰਗੀ ਜ਼ਿੰਦਗੀ ਜਿਉਂਦਾ ਹੈ ਤੇ ਸਾਰੀ ਜ਼ਿੰਦਗੀ ਪਸ਼ੂ ਹੀ ਰਹੇਗਾ? ਮੇਰੇ ਸਾਹਿਬ ਨੇ ਕਿਹਾ ਨਹੀਂ, ਜੇ ਤੂੰ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਵੇਂ ਤੇ ਫਿਰ ਸਤਿਗੁਰੂ ਇੰਨੀ ਕੁ ਰਹਿਮਤ ਵਰਤਾ ਦਿੰਦੇ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੋਰਠ ਰਾਗ ਵਿੱਚ ਇੱਕ ਸ਼ਬਦ ਹੈ, ਮੇਰੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਕੋਈ ਜੀਵ ਗੁਰੂ ਦੀ ਚਰਨ ਸ਼ਰਨ ਵਿੱਚ ਆਵੇ ਨਾ ਤੇ ਫਿਰ ਮੇਰਾ ਸਤਿਗੁਰੂ ਕਿੰਨੀ ਕੁ ਰਹਿਮਤ ਵਰਤਾ ਦਿੰਦਾ ਹੈ। ਮਿਰਤਕ ਕਉ ਪਾਇਓ ਤਨ ਸਾਸਾ, ਬਿਸ਼ਰਕ ਆਨ ਮਿਲਾਇਆ ਪਸ਼ੂ ਪ੍ਰੇਤ ਮੁਗਧ ਭੈ ਸਰੋਤੇ, ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ। ਇਹ ਗੁਰੂ ਦੇ ਵਿੱਚ ਇੰਨੀ ਕੁ ਰਹਿਮਤ ਹੈ, ਜੇ ਕੋਈ ਜੀਵ ਆ ਜਾਂਦਾ ਤੇ ਇਹਦਾ ਮਤਲਬ ਇਹ ਨਹੀਂ ਕਿ ਜੇ ਸਤਿਗੁਰੂ ਕਹਿੰਦੇ ਨੇ ਕਿ ਉਹ ਜੀਵ ਪਸ਼ੂਆਂ ਵਰਗੇ ਨੇ ਤੇ ਪਸ਼ੂ ਹੀ ਸਾਰੀ ਜ਼ਿੰਦਗੀ ਰਹਿਣਗੇ। ਮੇਰੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਟੁੱਟ ਗਏ ਸ਼ਬਦ ਤੋਂ, ਬਾਣੀ ਤੋਂ, ਨਾਮ ਤੋਂ, ਸਤ ਸੰਗਤ ਤੋਂ, ਜਿਨ੍ਹਾਂ ਨੇ ਮਨੁੱਖਾ ਜੀਵਨ ਦੀ ਕਦਰ ਨੂੰ ਨਹੀਂ ਜਾਣਿਆ, ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਮਾਨਸ ਜੂਨ ਵਿੱਚ ਮਨੁੱਖ ਭਾਵੇਂ ਜ਼ਰੂਰ ਹਨ, ਪਰ ਮੇਰੇ ਸਾਹਿਬ ਕਹਿੰਦੇ ਜ਼ਿੰਦਗੀ ਪਸ਼ੂਆਂ ਵਰਗੀ ਜਿਉਂਦੇ ਹਨ, ਮੋਏ ਹੋਏ ਪਸ਼ੂਆਂ ਵਰਗੀ ਜ਼ਿੰਦਗੀ ਜਿਉਂਦੇ ਹਨ। ਗਵਾਰਦਾਸ ਹੁੰਦਾ ਹੈ ਮਹਾਮੂਰਖ ਹਨ। ਹੁਣ ਜਦੋਂ ਬਾਣੀ ਨੂੰ ਪੜ੍ਹੀਏ ਤੇ ਮੇਰੇ ਸਾਹਿਬ ਜੀ ਕਹਿੰਦੇ ਰੱਬ ਦੇ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਦਾ ਉਹਨੂੰ ਸਤਿਗੁਰੂ ਮਹਾਰਾਜ ਜੀ ਨੇ ਮੂਰਖ ਗਵਾਰ ਹੀ ਗਿਆ ਹੈ। ਬਿਨ ਨਾਮ ਹੈ ਜਗ ਕਮਲਾ ਫਿਰੇ ਵੀ ਸਾਹਿਬ ਜੀ ਨੇ ਕਿਹਾ ਹੈ। ਤੋ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਜੀਵ, ਉਹ ਜੀਵ ਜਿਨ੍ਹਾਂ ਨੇ ਸਤਿਪੁਰਖ ਨੂੰ ਨਹੀਂ ਸੇਵਿਆ, ਉਹਨੂੰ ਯਾਦ ਨਹੀਂ ਕੀਤਾ, ਉਤੇ ਸ਼ਬਦ ਨਾਲ ਆਪਣਾ ਮਨ ਨਹੀਂ ਜੋੜਿਆ, ਉਹ ਜੀਵ ਜਿਹੜੇ ਹਨ ਮਨੁੱਖਾ ਜੀਵਨ ਵਿੱਚ ਹੁੰਦਿਆਂ ਹੋਇਆਂ ਵੀ ਪਸ਼ੂਆਂ ਵਰਗੀ ਆਪਣੀ ਜ਼ਿੰਦਗੀ ਜਿਉਂਦੇ ਹਨ। ਉਹਨਾਂ ਅੰਤਰ ਗਿਆਨ ਨ ਧਿਆਨ ਹੈ, ਹਰਿ ਸਿਉ ਪ੍ਰੀਤ ਨ ਪਿਆਰ। ਕਿਉਂਕਿ ਉਹਨਾਂ ਦੇ ਅੰਦਰ ਨਾ ਤੇ ਗਿਆਨ, ਉਹ ਆਤਮਿਕ ਜੀਵਨ ਦੀ ਸੋਝੀ, ਤੇ ਨਾ ਧਿਆਨ, ਨਾ ਕਦੀ ਪਰਮਾਤਮਾ ਵਾਲੇ ਬਣੇ ਸੁਰਤ ਜਾਂਦੀ। ਧਿਆਨ ਮੈਨੇ ਸੁਰਤ, ਗਿਆਨ ਮੈਨੇ ਸੋਝੀ। ਸਤਿਗੁਰੂ ਜੀ ਕਹਿੰਦੇ ਨੇ ਕਦੀ ਵੀ ਉਹਨਾਂ ਨੇ ਆਪਣੇ ਅੰਤਰ ਆਤਮੇ ਸੋਚ ਕੇ ਨਹੀਂ ਵੇਖਿਆ ਕਿ ਵਾਹਿਗੁਰੂ ਪਰਮਾਤਮਾ ਨੇ ਜਿਹੜਾ ਜੀਵਨ ਬਖਸ਼ਿਸ਼ ਕੀਤਾ ਕਾਹਦੇ ਵਾਸਤੇ ਮਿਲਿਆ ਹੈ। ਕਦੀ ਇਸ ਦੀ ਵਿਚਾਰ ਨਹੀਂ ਕੀਤੀ, ਕਦੀ ਨਿਰੰਕਾਰ ਪਰਮਾਤਮਾ ਵਾਲੇ ਬੰਨੇ ਉਹਨਾਂ ਨੇ ਆਪਣੀ ਸੁਰਤ ਨੂੰ ਜੋੜਿਆ ਨਹੀਂ, ਪਰਮਾਤਮਾ ਵਾਲੇ ਬੰਨੇ ਕਦੀ ਪਿਆਰ ਪਾਇਆ ਨਹੀਂ ਹੈ ਉਹਨਾਂ ਜੀਵਾਂ ਨੇ। ਮਨਮੁਖ ਮੋਏ ਵਿਕਾਰ ਮਹਿ, ਮਰ ਜੰਮਹਿ ਵਾਰੋ ਵਾਰ। ਇਹ ਜਿਹੜੀ ਗੱਲ ਸਤਿਗੁਰੂ ਮਹਾਰਾਜ ਜੀ ਕਹਿ ਰਹੇ ਨੇ, ਇਹ ਮਨ ਪਿੱਛੇ ਤੁਰਨ ਵਾਲੇ ਜੀਵਾਂ ਬਾਰੇ ਕਹਿ ਰਹੇ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਮਨ ਪਿੱਛੇ ਤੁਰਨ ਵਾਲਾ ਜਿਹੜਾ ਜੀਵ ਹੈ, ਮਨ ਦੀ ਹੀ ਮਰਜ਼ੀ ਕਰਦਾ, ਮਨ ਦੀ ਗੱਲ ਨੂੰ ਹੀ ਮੰਨਦਾ ਹੈ, ਗੁਰੂ ਦੀ ਗੱਲ ਨੂੰ ਪਾਸੇ ਰੱਖ ਦਿੰਦਾ ਹੈ, ਮਨ ਦੀ ਗੱਲ ਨੂੰ ਮੰਨਦਾ ਹੈ। ਗੁਰੂ ਕੀ ਕਹਿ ਰਿਹਾ ਉਹ ਪਾਸੇ ਕਰ ਦਿੰਦਾ, ਜੋ ਮਨ ਕਹਿ ਰਿਹਾ ਉਹ ਮੰਨਦਾ ਹੈ। ਤੁਸੀਂ ਆਮ ਤੌਰ ਤੇ ਦੇਖੋ ਐਸਾ ਹੀ ਹੁੰਦਾ ਨਾ, ਜਦੋਂ ਕਿਤੇ ਘਰਾਂ ਵਿੱਚ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਹੋਵੇ, ਜੋ ਮਨ ਕਹਿੰਦਾ ਜੀਵ ਉਹ ਗੱਲ ਮੰਨਦਾ, ਜੋ ਗੁਰੂ ਕਹਿੰਦਾ ਉਹ ਕਿਤੇ ਮੰਨੀ ਜਾਂਦੀ ਹੈ। ਉਦੋਂ ਹੀ ਕਿਹਾ ਜਾਂਦਾ ਜੀ ਅਸੀਂ ਸਮਾਜ 'ਚ ਕੀ ਮੂੰਹ ਵਿਖਾਵਾਂਗੇ, ਨੱਕ ਰੱਖਣ ਵਾਸਤੇ ਸਾਨੂੰ ਇਹ ਕੁਝ ਕਰਨਾ ਪੈਂਦਾ, ਤੇ ਨੱਕ ਰੱਖਣ ਵਾਸਤੇ ਉਹ ਕੁਝ ਕਰਦੇ ਆ ਜੋ ਮਨ ਮੰਨਦਾ ਹੈ। ਜਿਹੜੀ ਗੱਲ ਗੁਰੂ ਕਹਿੰਦਾ ਉਹ ਨਹੀਂ ਕਦੀ ਵਾਸਤੇ ਮੰਨਦੇ। ਕਬੀਰ ਸਾਹਿਬ ਕਹਿੰਦੇ ਮੈਂ ਦੋਨੋਂ ਚੀਜ਼ਾਂ ਵੱਢ ਕੇ ਸੁੱਟ ਦਿੱਤੀਆਂ, ਨਾ ਮੈਨੂੰ ਨੱਕ ਰੱਖਣ ਵਾਸਤੇ ਕੁਝ ਕਰਨਾ ਪੈਂਦਾ ਹੈ, ਨਾ ਮੁੜ ਕੇ ਨੱਕ ਰੱਖਣ ਤੋਂ ਬਾਅਦ ਕੰਨਾਂ ਨਾਲ ਕੋਈ ਸੁਣਨਾ ਪੈਂਦਾ। ਕਹਿੰਦੇ ਮੈਨੂੰ ਲੋੜ ਹੀ ਕੋਈ ਨਹੀਂ, ਪਹਿਲਾਂ ਤੇ ਕੰਮ ਕਰਦੇ ਆ ਵੀ ਲੋਕ ਕੀ ਕਹਿੰਦੇ ਆ, ਉਸ ਤੋਂ ਬਾਅਦ ਕਹਿੰਦੇ ਨੇ ਸੁਣਦੇ ਆ ਵੀ ਜੋ ਮੈਂ ਕੀਤਾ ਇਹ ਚੰਗਾ ਕੀਤਾ, ਲੋਕੀ ਇਹਦੇ ਬਾਰੇ ਕੀ ਕਹਿੰਦੇ ਹਨ, ਕੀ ਰਹਿਆਂ ਦਿੰਦੇ ਨੇ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਨਾਕੋ ਕਾਟੀ ਕਾਨੋ ਕਾਟੀ, ਕਾਟ ਕੂਟ ਕੇ ਡਾਰੀ, ਕਉ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਲੋਕਾਂ ਵਾਸਤੇ ਪਿਆਰੀ ਗੱਲ ਹੋ ਸਕਦੀ ਹੈ, ਪਰ ਕਹਿੰਦੇ ਰੱਬ ਦੇ ਪਿਆਰਿਆਂ ਵਾਸਤੇ ਨਹੀਂ। ਮੇਰੇ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਮਨ ਪਿੱਛੇ ਤੁਰਨ ਵਾਲੇ ਜੀਵ ਜਿਹੜੇ ਕੇਵਲ ਮਨ ਦੀ ਹੀ ਮੰਨਦੇ ਹਨ, ਉਹ ਮੋਏ ਵਿਕਾਰ ਮੈਂ, ਉਹ ਵਿਕਾਰਾਂ ਵਿੱਚ ਡੁੱਬ ਜਾਂਦੇ ਹਨ, ਆਤਮਿਕ ਜੀਵਨ ਵਾਲੇ ਬੰਨਿਓ ਮਰ ਜਾਂਦੇ ਹਨ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਬਾਰ-ਬਾਰ ਜੰਮਦੇ, ਬਾਰ-ਬਾਰ ਮਰਦੇ ਹਨ। ਜੀਵ ਦਿਆਨ ਮਿਲੈ ਸੋ ਜੀਵ ਦੇ, ਹਰ ਜਗ ਜੀਵਨ ਉਰ ਧਾਰ। ਪਰ ਜੇ ਕੋਈ ਮਿਲ ਪਵੇ ਜੀਵਦਿਆਂ ਨੂੰ, ਜੀਵਦਿਆਂ ਤੋਂ ਭਾਵ ਜਿਹੜੇ ਆਤਮਿਕ ਤੌਰ ਤੇ ਜਿਉਂਦੇ ਨੇ ਉਹਨਾਂ ਨੂੰ, ਜੇ ਕੋਈ ਆਤਮਿਕ ਤੌਰ ਤੇ ਜੀਵਨ ਵਾਲਿਆਂ ਨੂੰ ਇੱਥੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਜੋ ਸਤ ਸੰਗਤ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਦੋਂ ਜੀਵ ਸਤ ਸੰਗਤ ਵਿੱਚ ਆਉਂਦਾ ਹੈ, ਫਿਰ ਇਹ ਜਿਹੜਾ ਮਨ ਆਪਣੀਆਂ ਮਰਜ਼ੀਆਂ ਕਰਦਾ ਨਾ, ਇਹ ਮਨ ਗੁਰੂ ਦੀ ਮਰਜ਼ੀ ਵਾਲੇ ਬੰਨੇ ਨੂੰ ਤੁਰਦਾ ਹੈ, ਇਹਨੂੰ ਪ੍ਰੇਰਨਾ ਮਿਲਦੀ ਹੈ। ਸਤਿਗੁਰੂ ਕਹਿੰਦੇ ਜੀਵਦਿਆਂ ਨੂੰ ਮਿਲੇ, ਸਤ ਸੰਗਤ ਵਿੱਚ ਆਵੇ, ਉਹਨਾਂ ਸਤ ਸੰਗੀਆਂ ਵਿੱਚ ਬੈਠੇ ਜਿਨ੍ਹਾਂ ਨੇ ਆਪਣੀ ਆਤਮਾ ਨੂੰ, ਆਪਣੇ ਮਨ ਨੂੰ ਜਗਾ ਲਿਆ, ਗੁਰੂ ਵਾਲੇ ਬੰਨੇ ਜੋੜਿਆ। ਸਤਿਗੁਰੂ ਕਹਿੰਦੇ ਉਹਨਾਂ ਵਿੱਚ ਬੈਠੇਗਾ ਜੀਵ
ਤੇ ਉਹ ਵੀ ਜੀਵਦਿਆਂ ਵਿੱਚ ਗਿਣਿਆ ਜਾਵੇਗਾ। ਭਾਵ ਕਿ ਉਹਦੀ ਵੀ ਵਡਿਆਈ ਹੋਣੀ ਸ਼ੁਰੂ ਹੋ ਜਾਏਗੀ। ਜਿਹੜਾ ਮਨ ਕਰਕੇ ਟੁੱਟਿਆ ਹੋਇਆ ਜੀਵ ਹੈ, ਜੇ ਸੰਗਤ ਵਿੱਚ ਆ ਜਾਵੇ ਤਾਂ ਸਤਿਗੁਰੂ ਜੀ ਕਹਿੰਦੇ ਆਤਮਿਕ ਤੌਰ ਤੇ ਉਹ ਵੀ ਜਿਉਂਦਾ ਹੋ ਜਾਏਗਾ। ਮੇਰੇ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਜੀਵਦਿਆਂ ਨੂੰ ਮਿਲੈ ਸੋ ਜੀਵਦੇ। ਜੇ ਸਤ ਸੰਗੀਆਂ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਮਨ ਆਤਮਾ ਨੂੰ ਜਗਾ ਲਵੇਗਾ ਤੇ ਉਹ ਜੀਵਦਿਆਂ ਵਿੱਚ ਗਿਣਿਆ ਜਾਵੇਗਾ, ਕਿਉਂਕਿ ਹਰ ਜਗ ਜੀਵਨ ਉਰ ਧਾਰ। ਇੱਥੇ ਆ ਕੇ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ ਉਰ ਮੈਨੇ ਹਿਰਦਾ, ਫਿਰ ਹਿਰਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪ੍ਰਤੀ ਪਿਆਰ ਬਣਦਾ ਹੈ, ਟਿਕਦਾ ਹੈ ਪਰਮਾਤਮਾ। ਫਿਰ ਜਿਨ੍ਹਾਂ ਦੇ ਹਿਰਦਿਆਂ ਵਿੱਚ ਟਿਕ ਜਾਂਦਾ ਉਹ ਜੀਵ ਜਿਹੜੇ ਹਨ ਪਹਿਲਾਂ ਮੋਏ ਹੋਏ ਸਨ, ਪਰ ਗੁਰੂ ਦੇ ਸ਼ਬਦ ਨਾਲ ਜਿਉਂਦੇ ਹੋ ਗਏ। ਨਾਨਕ ਗੁਰਮੁਖ ਸੋਹਣੇ ਤਿਤ ਸੱਚਾ ਦਰਬਾਰ। ਇਸ ਸੱਚ ਦੇ ਦਰਬਾਰ ਵਿੱਚ ਜੀਵ ਸ਼ੋਭਾ ਪਾਉਂਦੇ ਨੇ, ਬੜੇ ਸੋਹਣੇ ਲੱਗਦੇ ਨੇ। ਬੰਦਾ ਸੋਹਣੇ ਬਣਨ ਵਾਸਤੇ ਬੜੇ ਯਤਨ ਕਰਦਾ, ਕਿਸੇ ਤਰੀਕੇ ਨਾਲ ਮੈਂ ਸੋਹਣਾ ਲੱਗਾ। ਹੁਣ ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇ ਤੂੰ ਖੂਬਸੂਰਤ ਆਪਣੇ ਆਪ ਨੂੰ ਕਹਿਣਾ ਮੈਂ ਬਣਾ, ਇੱਥੇ ਗੱਲ ਅੰਤਰ ਆਤਮੇ ਦੀ ਹੈ, ਬਾਹਰ ਦੀ ਗੱਲ ਨਹੀਂ ਹੈ। ਇਹ ਜੀਵ ਤੇ ਤੂੰ ਸੁੰਦਰ ਬਣਨਾ ਹੈ। ਤੇ ਜੇ ਬਾਹਰੀ ਤੌਰ ਤੇ ਆਪਾਂ ਇਹਦੀ ਗੱਲ ਇਉਂ ਲੈ ਲਈਏ ਕਿ ਬਾਹਰੀ ਤੌਰ ਤੇ ਜੀਵ ਵੀ ਸੁੰਦਰਤਾ ਵਾਸਤੇ ਜਿੰਨੇ ਯਤਨ ਕਰਦਾ ਹੈ, ਪਰ ਜਿਹੜਾ ਗੁਰਸਿੱਖ ਹੈ, ਗੁਰੂ ਦਾ ਪਿਆਰਾ ਹੈ, ਉਹਨੂੰ ਕੁਝ ਵੀ ਕਰਨ ਦੀ ਲੋੜ ਨਹੀਂ, ਫਿਰ ਵੀ ਖੂਬਸੂਰਤ ਹੈ। ਰਵਿੰਦਰ ਨਾਥ ਟੈਗੋਰ ਨੇ ਇਹੀ ਗੱਲ ਤਾਂ ਕਹੀ ਸੀ। ਉਹਨੂੰ ਜਦੋਂ ਪੁੱਛਿਆ ਗਿਆ ਸੀ ਤੁਸੀਂ ਸਾਰੀ ਦੁਨੀਆ ਦਾ ਚੱਕਰ ਲਾਇਆ, ਤੁਹਾਨੂੰ ਖੂਬਸੂਰਤ ਕੌਣ ਲੱਗਿਆ? ਉਹਨਾਂ ਕਿਹਾ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਧਰਮ ਵਿੱਚ ਜੋ ਚਲਾਏ ਹੋਏ ਪੰਥ ਵਿੱਚ ਜਿਹੜਾ ਸਿੱਖ ਹੈ, 10ਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਜੋ ਖੰਡੇ ਬਾਟੇ ਦੀ ਪੌਲ ਛਕੀ ਹੋਈ ਹੈ, 5 ਬਾਣੀਆਂ ਦਾ ਨਿਤਨੇਮੀ ਹੈ, ਜਿਹੜਾ ਸਤਿਗੁਰੂ ਮਹਾਰਾਜ ਦੱਸੇ ਹੋਏ ਸਿਧਾਂਤਾਂ ਤੇ ਚੱਲਣ ਵਾਲਾ, ਜਿਹਨੂੰ ਗੁਰੂ ਦਾ ਸਿੱਖ ਕਿਹਾ ਜਾਂਦਾ ਹੈ, ਮੈਨੂੰ ਦੁਨੀਆ ਵਿੱਚ ਉਹਦੇ ਤੋਂ ਹੋਰ ਖੂਬਸੂਰਤ ਕੋਈ ਨਹੀਂ ਨਜ਼ਰ ਆਇਆ। ਨਾਲ ਹੀ ਸਵਾਲ ਕਰ ਦਿੱਤਾ ਫਿਰ ਬਦਸੂਰਤ ਵੀ ਤੁਹਾਨੂੰ ਕੋਈ ਨਾ ਕੋਈ ਤਾਂ ਮਿਲਿਆ ਹੀ ਹੋਵੇਗਾ। ਤੁਸੀਂ ਸੋਚਿਆ ਹੋਵੇਗਾ ਕਿ ਪੂਰੀ ਦੁਨੀਆ ਵਿੱਚ ਬਦਸੂਰਤ ਕੌਣ ਹੈ? ਕਹਿੰਦਾ ਹੋਵੇ ਗੁਰੂ ਨਾਨਕ ਦਾ ਸਿੱਖ, ਹੋਵੇ ਗੁਰੂ ਗੋਬਿੰਦ ਸਿੰਘ ਦਾ ਆਪਣੇ ਆਪ ਨੂੰ ਸਿੱਖ ਕਹਾਉਂਦਾ ਤੇ ਦਾੜੀ ਕੇਸ ਕੱਟੇ ਹੋਣ, ਇਹ ਤੋਂ ਬਦਸੂਰਤ ਮੈਨੂੰ ਹੋਰ ਦੁਨੀਆ ਤੇ ਕੋਈ ਨਜ਼ਰ ਨਹੀਂ ਆਇਆ। ਇਹਦਾ ਮਤਲਬ ਖੂਬਸੂਰਤੀ ਜਿਹੜੀ ਹੈ ਸਤਿਗੁਰੂ ਮਹਾਰਾਜ ਨੇ ਦਿੱਤੀ ਹੈ ਤੇ ਆਪਣਾ ਰੂਪ ਹੀ ਬਣਾ ਲਿਆ। ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੈਂ ਹੂੰ ਕਰੂੰ ਨਿਵਾਸ। ਤੋ ਸਾਹਿਬ ਜੀ ਕਹਿੰਦੇ ਜਦੋਂ ਜੀਵ ਆਉਂਦੇ ਨੇ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ। ਜੋ ਸਤ ਸੰਗਤ ਵਿੱਚ ਆ ਕੇ ਗੁਰੂ ਦੀ ਬਾਣੀ ਨਾਲ ਜੁੜਦੇ, ਸਾਹਿਬ ਜੀ ਕਹਿੰਦੇ ਉਹ ਜੀਵ, ਉਹ ਗੁਰਮੁਖ, ਉਹ ਗੁਰੂ ਦੇ ਮਾਰਗ ਤੇ ਚੱਲਣ ਵਾਲੇ ਅੰਦਰ ਆਤਮੇ ਵੀ ਆਪਣੇ ਆਪ ਨੂੰ ਸੋਹਣਾ ਬਣਾ ਲੈਂਦੇ ਨੇ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਬਾਹਰੀ ਤੌਰ ਤੇ ਵੀ ਉਹਨਾਂ ਵਰਗਾ ਕੋਈ ਹੋਰ ਸੋਹਣਾ ਕੌਣ ਹੋ ਸਕਦਾ ਹੈ? ਪਰ ਉਹ ਸੱਚੇ ਦਰਬਾਰ ਵਿੱਚ ਆ ਕੇ ਸੱਚੇ ਨਾਲ ਜੁੜਨ ਵਾਲੇ ਜਿਹੜੇ ਜੀਵ ਹਨ, ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਜੀਵ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਬਾਣੀ ਨਾਲ ਜੁੜਨ ਕਰਕੇ ਸੱਚ ਦੇ ਦਰਬਾਰ ਵਿੱਚ ਮਾਨ ਵੀ ਮਿਲਦਾ ਹੈ, ਸੋਹਣੇ ਲੱਗਦੇ ਹਨ ਵਾਹਿਗੁਰੂ ਪਰਮਾਤਮਾ ਨੂੰ। ਹਰ ਮੰਦਰ ਹਰ ਸਾਜਿਆ, ਹਰ ਵਸੈ ਜਿਸ ਨਾਲ। ਇਹ ਜਿਹੜਾ ਵਾਹਿਗੁਰੂ ਪਰਮਾਤਮਾ ਨੇ ਸਰੀਰ ਬਣਾਇਆ ਨਾ ਗੁਰਮੁਖੋ, ਸਤਿਗੁਰੂ ਦੀ ਬਾਣੀ ਕਹਿੰਦੀ ਹਰੀ ਦਾ ਮੰਦਰ ਹੈ। ਪਰਮਾਤਮਾ ਨੇ ਆਪਣੇ ਰਹਿਣ ਵਾਸਤੇ ਟਿਕਾਣਾ ਜਿਹੜਾ ਜੀਵ ਦੇ ਅੰਦਰ ਹੀ ਬਣਾ ਲਿਆ, ਕਿਤੇ ਬਾਹਰ ਨਹੀਂ। ਰੱਬ ਪਰਮਾਤਮਾ ਅੰਦਰ ਜੀਵ ਦੇ ਬੈਠਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਉਹ ਤਾਂ ਭੁੱਲੇ ਹੋਏ ਲੋਕ ਨੇ ਜਿਹੜੇ ਪਰਮਾਤਮਾ ਦੀ ਭਾਲ ਬਾਹਰ ਕਰਦੇ ਫਿਰਦੇ ਨੇ, ਰੱਬ ਨੂੰ ਬਾਹਰ ਲੱਭਦੇ ਫਿਰਦੇ ਨੇ। ਕਹਿੰਦੇ ਰੱਬ ਬਾਹਰ ਤਾਂ ਗਿਆ ਹੀ ਨਹੀਂ, ਬਣਾ ਕੇ ਜੀਵ ਦੇ ਅੰਦਰ ਬੈਠ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕੋਕ ਮਧ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭ੍ਰਮ ਕੀ ਕਾਈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਬਾਹਰ ਦੀ ਭਾਲ ਨਹੀਂ, ਉਹ ਵਾਹਿਗੁਰੂ ਪਰਮਾਤਮਾ ਤੇ ਤੇਰੇ ਅੰਦਰ ਬੈਠਾ ਹੋਇਆ। ਉਹਨੇ ਇੰਨਾ ਸੋਹਣਾ ਜਿਹੜਾ ਮੰਦਰ ਬਣਾਇਆ ਨਾ, ਉਹਦੇ ਵਿੱਚ ਪਰਮਾਤਮਾ ਆਪਣਾ ਆਪ ਟਿਕਾਣਾ ਕੀਤਾ ਹੋਇਆ ਹੈ। ਤੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਪਰ ਮਿਲਦਾ ਕਿਹਨਾਂ ਨੂੰ ਹੈ? ਜਿਨ੍ਹਾਂ ਜੀਵਾਂ ਦਾ ਕਿ ਸਤਿਗੁਰੂ ਮਹਾਰਾਜ ਜ਼ਿਕਰ ਕਰਨਗੇ। ਇੱਥੇ ਸਾਹਿਬ ਕਹਿੰਦੇ ਹਰ ਮੰਦਰ ਹਰੀ ਪਰਮਾਤਮਾ ਨੇ ਸਰੀਰ ਬਣਾ ਕੇ ਇਹਨੂੰ ਸੋਹਣਾ ਬਣਾਇਆ, ਸਾਜਿਆ, ਸ਼ਿੰਗਾਰਿਆ ਹੋਇਆ ਪਰਮਾਤਮਾ ਨੇ। ਵੇਖੋ ਜਿੰਨੀ ਸਜਾਵਟ ਪਰਮਾਤਮਾ ਨੇ ਸਾਡੇ ਸਰੀਰ ਦੀ ਕਰ ਦਿੱਤੀ ਹੈ, ਹੋਰ ਕੋਈ ਨਹੀਂ ਕਰ ਸਕਦਾ, ਭਾਵੇਂ ਲੱਖਾਂ ਯਤਨ ਵੀ ਕਰ ਲਈਏ। ਪਰਮਾਤਮਾ ਨੇ ਇੰਨਾ ਸੋਹਣਾ, ਕਿਉਂਕਿ ਰੱਬ ਪਰਮਾਤਮਾ ਨੇ ਆਪਣੇ ਰਹਿਣ ਵਾਸਤੇ ਜਿਹੜਾ ਟਿਕਾਣਾ ਬਣਾਉਣਾ ਸੀ ਉਹ ਬਦਸੂਰਤ ਥੋੜ੍ਹਾ ਬਣਾਉਣਾ ਸੀ, ਉਹ ਤਾਂ ਸੁੰਦਰ ਹੀ ਬਣਾਉਣਾ ਸੀ ਨਾ। ਮਾਲਕ ਪਰਮਾਤਮਾ ਨੇ ਆਪਾਂ ਘਰ ਬਣਾਉਨੇ ਆ ਤੇ ਘਰ ਬਦਸੂਰਤ ਤਾਂ ਨਹੀਂ ਬਣਾਇਆ ਜਾਂਦਾ, ਇੰਨਾ ਸੋਹਣਾ ਬਣਾਇਆ ਜਾਂਦਾ ਕੋਈ ਆਵੇ ਵੇਖੇ ਤੇ ਕਵੇ ਕਿਆ ਕਮਾਲ ਹੈ, ਇੰਨਾ ਸੋਹਣਾ ਘਰ। ਤੇ ਜਿਸ ਵਾਹਿਗੁਰੂ ਪਰਮਾਤਮਾ ਨੇ ਆਪ ਟਿਕਾਣਾ, ਆਪ ਬੈਠਣਾ ਜਿਹਦੇ ਵਿੱਚ, ਤੇ ਕਿੰਨਾ ਕੁ ਸੁੰਦਰ ਉਸ ਨੇ ਬਣਾਇਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਹਰੀ ਪਰਮਾਤਮਾ ਵਾਹਿਗੁਰੂ ਨੇ ਆਪ ਸਾਜਿਆ ਹੈ। ਸਤਿਗੁਰਾਂ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਨੀ,
ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਇੰਨਾ ਸੋਹਣਾ ਪ੍ਰਮਾਤਮਾ ਵਾਹਿਗੁਰੂ ਨੇ ਤੈਨੂੰ ਬਣਾਇਆ, ਤੈਨੂੰ ਸ਼ਿੰਗਾਰਿਆ ਹੈ। ਤੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਹਰ ਮੰਦਰ ਹਰੀ ਪ੍ਰਮਾਤਮਾ ਨੇ ਜਿਹੜਾ ਸਰੀਰ ਜੀਵ ਦਾ ਬਣਾਇਆ, ਆਪ ਸਾਜਿਆ ਹਰ ਵਸੈ ਜਿਸ ਨਾਲ। ਕਹਿੰਦੇ ਪ੍ਰਮਾਤਮਾ ਨੇ ਆਪਣੇ ਰਹਿਣ ਵਾਸਤੇ ਟਿਕਾਣਾ ਬਣਾਇਆ ਤੇ ਜੀਵ ਦੇ ਨਾਲ ਹੀ ਰਹਿ ਰਿਹਾ ਹੈ। ਗੁਰਮਤਿ ਹਰ ਪਾਇਆ, ਮਾਇਆ ਮੋਹ ਪਰਜਾਲ। ਪਰ ਗੁਰੂ ਦੀ ਮੱਤ ਉੱਤੇ ਚੱਲ ਕੇ ਹੀ ਅਸਲ ਵਿੱਚ ਉਹਦੇ ਨਾਲ ਸਾਂਝ ਪੈਂਦੀ ਹੈ। ਜਿਹਨਾਂ ਨੇ ਮੋਹ ਮਾਇਆ ਨੂੰ ਜਾਲ ਦਿੱਤਾ ਹੈ, ਸਾੜ ਦਿੱਤਾ ਹੈ, ਅਸਲ ਵਿੱਚ ਉਹੀ ਵਾਹਿਗੁਰੂ ਪਰਮਾਤਮਾ ਦੇ ਨਾਲ ਆਤਮਾ ਜੁੜਦੀਆਂ ਨੇ। ਸਤਿਗੁਰੂ ਕਹਿੰਦੇ ਗੁਰੂ ਦੀ ਮੱਤ ਉੱਤੇ ਚੱਲ ਕੇ। ਹੁਣ ਹਰੀ ਪਰਮਾਤਮਾ ਵਾਹਿਗੁਰੂ ਸਭ ਜੀਵਾਂ ਦੇ ਨਾਲ ਹੀ ਹੈ, ਪਰ ਉਹਦੀ ਸਮਝ ਕਦੋਂ ਪਵੇਗੀ? ਜਦੋਂ ਗੁਰੂ ਦੀ ਮੱਤ ਉੱਤੇ ਚੱਲਾਂਗੇ। ਗੁਰੂ ਦੱਸ ਦੇਗਾ ਕਿ ਉਹ ਇੱਕ ਓੰਕਾਰ ਹੈ, ਗੁਰੂ ਸਮਝਾ ਦੇਵੇਗਾ ਕਿ ਉਹ ਸਤਨਾਮ ਹੈ, ਉਹ ਕਰਤਾ ਹੈ, ਉਹ ਪੁਰਖ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਉਹਦਾ ਸੁਤੇ ਸਿੱਧ ਪ੍ਰਕਾਸ਼ ਹੋਇਆ ਹੈ। ਐਸਾ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਸਮਝ ਵਿੱਚ ਆਏਗਾ। ਤੋ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਦੀ ਮੱਤ ਉੱਤੇ ਚੱਲ ਕੇ ਉਹਨਾਂ ਨੂੰ ਹਰੀ ਪਰਮਾਤਮਾ ਵਾਹਿਗੁਰੂ ਅੰਤਰ ਆਤਮੇ ਮਿਲ ਪਿਆ, ਜਿਨ੍ਹਾਂ ਨੇ ਮੋਹ ਮਾਇਆ ਨੂੰ ਜਾਲ ਦਿੱਤਾ, ਸਾੜ ਦਿੱਤਾ। ਹਰ ਮੰਦਰ ਵਸਤ ਅਨੇਕ ਹੈ, ਨਵ ਨਿਤ ਨਾਮ ਸਮਾਲ। ਹਰੀ ਪਰਮਾਤਮਾ ਵਾਹਿਗੁਰੂ ਨੇ ਇਸ ਮੰਦਰ ਦੇ ਵਿੱਚ ਇੱਕ ਨਹੀਂ ਅਨੇਕਾਂ ਵਸਤੂਆਂ, ਭਾਵ ਵਸਤੂ ਤੋਂ ਅਨੇਕਾਂ ਗੁਣ ਪਰਮਾਤਮਾ ਨੇ ਜੀਵ ਦੇ ਅੰਦਰ ਭਰ ਦਿੱਤੇ ਹਨ। ਆਪਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਰੋਜ਼ ਹੀ ਸ਼ਬਦ ਪੜ੍ਹਦੇ ਹਾਂ ਕਿ ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਸਤਿਗੁਰੂ ਦੀ ਸਿੱਖਿਆ ਨੂੰ ਕਮਾ ਲਿਆ ਜਾਵੇ ਤੇ ਇਸ ਮੱਤ ਦੇ ਵਿੱਚ ਵਾਹਿਗੁਰੂ ਪਰਮਾਤਮਾ ਨੇ ਜਿਹੜੇ ਗੁਣਾ ਰੂਪੀ ਕੀਮਤੀ ਹੀਰੇ ਪਾਏ ਹੋਏ ਨੇ, ਗੁਣਾ ਰੂਪੀ ਕੀਮਤੀ ਹੀਰੇ ਲਾਲ ਜੀਵ ਦੇ ਅੰਦਰ ਹਨ। ਤੋ ਸਾਹਿਬ ਕਹਿੰਦੇ ਦਾਤਾਂ ਵਾਹਿਗੁਰੂ ਪਰਮਾਤਮਾ ਨੇ ਜੀਵ ਦੇ ਅੰਦਰ ਬਣਾਈਆਂ। ਤੇ ਭਗਤ ਪੀਪਾ ਜੀ ਦਸਤਾ ਕਹਿੰਦੇ ਨੇ, ਉਹ ਕਹਿੰਦੇ ਜੋ ਬ੍ਰਹਿਮੰਡ ਸੋਈ ਪਿੰਡੇ। ਜੋ ਬ੍ਰਹਿਮੰਡ ਵਿੱਚ ਪਰਮਾਤਮਾ ਵਾਹਿਗੁਰੂ ਨੇ ਬਣਾਇਆ, ਸਾਰਾ ਕੁਝ ਸਰੀਰ ਵਿੱਚ ਹੀ ਪਾ ਦਿੱਤਾ ਹੈ। ਜੋ ਬ੍ਰਹਿਮੰਡ ਸੋਈ ਪਿੰਡੈ, ਜੋ ਖੋਜੈ ਸੋ ਪਾਵੇ। ਕਹਿੰਦੇ ਕੋਈ ਖੋਜ ਕਰੇ, ਕੋਈ ਭਾਲ ਕਰੇ ਤਾਂ ਉਸ ਨੂੰ ਇਹ ਦਾਤ ਲੱਭ ਸਕਦੀ ਹੈ। ਤੋ ਸਤਿਗੁਰੂ ਕਹਿੰਦੇ ਪਰਮਾਤਮਾ ਨੇ ਸਰੀਰ ਬਣਾਇਆ, ਸਾਜਿਆ, ਆਪ ਨਾਲ ਰਹਿ ਰਿਹਾ ਹੈ। ਗੁਰੂ ਦੀ ਮੱਤ ਉੱਤੇ ਚੱਲ ਕੇ ਉਹਦੀ ਸਮਝ ਪੈਂਦੀ ਹੈ। ਤੇ ਜਿਹੜੀਆਂ ਅੰਦਰ ਪਰਮਾਤਮਾ ਵਾਹਿਗੁਰੂ ਨੇ ਨਾਮ ਨਿਤੀਆਂ ਦੇ ਖਜ਼ਾਨੇ ਟਿਕਾਏ ਹੋਏ ਨੇ ਜੀਵ ਦੇ ਅੰਦਰ, ਉਹ ਜੀਵ ਨੂੰ ਪ੍ਰਾਪਤ ਹੋ ਜਾਣਗੇ। ਸਾਹਿਬ ਕਹਿੰਦੇ ਪਰ ਕਿਵੇਂ? ਨਾਮ ਸੰਭਾਲ, ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਤੂੰ ਸੰਭਾਲ, ਆਪਣੇ ਅੰਦਰ ਟਿਕਾ, ਫਿਰ ਤੈਨੂੰ ਇਹ ਸਾਰੀਆਂ ਦਾਤਾਂ ਮਿਲ ਜਾਣਗੀਆਂ। ਧੰਨ ਭਗਵੰਤੀ ਨਾਨਕਾ, ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ। ਜਿਨ੍ਹਾਂ ਨੇ ਗੁਰੂ ਦੇ ਮਾਰਗ ਉੱਤੇ ਚੱਲ ਕੇ ਉਸ ਹਰੀ ਪਰਮਾਤਮਾ ਵਾਹਿਗੁਰੂ ਨੂੰ ਲੱਭ ਲਿਆ ਹੈ, ਮੇਰੇ ਸਾਹਿਬ ਜੀ ਕਹਿੰਦੇ ਨੇ ਉਹ ਭਾਗਾਂ ਵਾਲੇ ਜੀਵ ਹਨ, ਬੜੇ ਵੱਡੇ ਭਾਗਾਂ ਵਾਲੇ ਹਨ। ਜਦੋਂ ਭਗਤਾਂ ਨੂੰ ਪੁੱਛੋ ਤੇ ਉਹ ਕਹਿੰਦੇ ਨੇ ਮਿਲ ਗਿਆ ਪਰਮਾਤਮਾ ਸਾਨੂੰ। ਕਿਵੇਂ ਮਿਲ ਗਿਆ? ਭਗਤ ਨਾਮਦੇਵ ਜੀ ਕਹਿੰਦੇ ਸਾਰੀ ਉਮਰ ਪੱਥਰ ਦੀ ਮੂਰਤੀ ਦੇ ਅੱਗੇ ਆਰਤੀਆਂ ਘਮਾਉਣ ਵਾਲਿਆ, ਤੈਨੂੰ ਕੁਝ ਨਹੀਂ ਮਿਲਿਆ, ਪਰ ਮੈਂ ਦਾਅਵਾ ਕਰਕੇ ਕਹਿੰਦਾ ਮੈਨੂੰ ਮਿਲ ਗਿਆ ਹੈ। ਔਰ ਇਹੋ ਜਿਹਾ ਭਗਤ ਹੀ ਕਹਿ ਸਕਦਾ ਜਿਹਨੇ ਸਿੱਧੀ ਰੱਬ ਵਾਹਿਗੁਰੂ ਪਰਮਾਤਮਾ ਨੂੰ ਪ੍ਰਾਪਤ ਕੀਤਾ। ਉਹ ਕਹਿੰਦਾ ਆਜ ਨਾ ਮੈਂ ਬੀਠ ਨੂੰ ਦੇਖਿਆ, ਮੈਂ ਵੇਖ ਲਿਆ ਕਹਿੰਦਾ ਰੱਬ ਨੂੰ। ਤੂੰ ਤਾਂ ਮੈਨੂੰ ਮੰਦਿਰ 'ਚ ਨਹੀਂ ਜਾਣ ਦਿੰਦਾ, ਰਹਿਣਾ ਰੋਜ਼ ਮੂਰਤੀ ਦੀ ਅੱਗੇ, ਉਹਦੇ ਅੱਗੇ ਆਰਤੀਆਂ ਕਰਦਾ, ਧੂਪ ਦਿਖਾਉਣਾ, ਦੁੱਧ ਪਿਆਉਣਾ, ਉਹਨੂੰ ਕਈ ਕਰਮ ਕਾਂਡ ਕਰਦਾ ਤੇ ਕਹਿੰਦਾ ਮੈਨੂੰ ਹੀ ਅਧਿਕਾਰ ਹੈ ਇਸ ਮੂਰਤੀ ਨੂੰ, ਮੈਂ ਹੀ ਖਵਾ ਪਿਆ ਸਕਦਾ, ਕੋਈ ਦੂਜਾ ਨਹੀਂ ਨੇੜੇ ਆ ਸਕਦਾ। ਕਹਿਣ ਲੱਗਾ ਪਰ ਤੈਨੂੰ ਨਹੀਂ ਮਿਲਿਆ। ਉੱਥੇ ਮੂਰਖ ਸ਼ਬਦ ਵਰਤਿਆ ਹੈ। ਕਹਿੰਦੇ ਆਜ ਨਾ ਮੈਂ ਬੀਠ ਨੂੰ ਦੇਖਿਆ, ਮੂਰਖ ਕੋ ਸਮਝਾਊ ਰੇ। ਮੈਂ ਤੈਨੂੰ ਸਮਝਾਉਣ ਵਾਸਤੇ ਆਇਆ ਕਿ ਤੂੰ ਮੈਨੂੰ ਕਹਿੰਦਾ ਸੀ ਤੂੰ ਸ਼ੂਦਰ ਹੈ, ਪਰ ਯਾਦ ਰੱਖੀਏ ਸ਼ੂਦਰ ਦਾਅਵਾ ਕਰਦਾ ਕਿ ਮੈਨੂੰ ਰੱਬ ਮਿਲ ਗਿਆ। ਆਪਣੇ ਆਪ ਨੂੰ ਤੂੰ ਕਹਿੰਦਾ ਮੈਂ ਬ੍ਰਹਮਾ ਦੇ ਮੂੰਹ ਵਿੱਚੋਂ ਨਿਕਲਿਆ, ਬ੍ਰਹਮ ਦੇ ਮੂੰਹ ਵਿੱਚੋਂ ਨਿਕਲਿਆ, ਮੈਂ ਰੱਬ ਹਾਂ, ਮੈਂ ਖੁਦਾ। ਪਰ ਪੰਡਤ ਜੀ ਤੈਨੂੰ ਰੱਬ ਨਹੀਂ ਮਿਲਿਆ। ਇਹ ਭਗਤ ਹੀ ਕਹਿ ਸਕਦਾ ਹੈ। ਆਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਊ ਰੇ। ਪਰ ਤੈਨੂੰ ਕਿਉਂ ਨਹੀਂ ਮਿਲਿਆ? ਮੈਂ ਤੈਨੂੰ ਕਾਰਨ ਸਮਝਾ ਦੇਣਾ ਉਹਦਾ। पांडे तुमरी गायत्री लोधे का खेत खाती थी, लेकर ठेगा टंगरी तोरी लागत लागत जाती। तू कहना कि गायत्री जेड़ी है तिना पता वाली तां हो गई क्योंकि गां बढ़ के लोधे जट के खेत में पै गई। एक दिन उन्होंने पता चल गया, उन्हें डांग मारी लंगड़ी होगी। तू कहना मैं नहीं कहता, नामदेव जी कहते तू आप कहना, लोगों को कहना गायत्री का पाठ करो, दूजे बने कहना गायत्री गां बन गई। किहो जी गायत्री तेरा किहो जा तेरा ग्रंथ है जिहदे उत्ते लोगों को कहना भरोसा करो, तो आप कहना गां बन गई। अज साडी भी तो हालत यही है ना, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਰੂਪ ਦੇ ਵਿੱਚ ਕਹਿ ਤਾਂ ਜ਼ਰੂਰ ਰਹੇ ਹਾਂ, ਪਰ ਮੰਨੀਏ ਤਾਂ ਉਸ ਰੂਪ ਦੇ ਵਿੱਚ ਸਹੀ ਨਾ। ਸਾਡੇ ਮਨ ਤਾਂ ਕਿਤੇ ਹੋਰ ਹੀ ਭਟਕਦੇ ਫਿਰਦੇ ਆ ਵੀ ਹੋਰ ਕੁਝ ਮਿਲ ਜਾਵੇ, ਜਾਂ ਗੁਰੂ ਤੋਂ ਟੁੱਟ ਕੇ, ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਕੇ ਸ਼ਾਇਦ ਕੋਈ ਹੋਰ ਚੀਜ਼ ਸਾਨੂੰ ਇੱਧਰੋਂ ਜਿਹੜੀ ਹੈ ਉਹਦੇ ਵਿੱਚ ਸ਼ਾਇਦ ਕੁਝ ਮਿਲ ਜਾਏਗਾ। ਪਰ ਗੁਰਮੁਖੋ ਯਾਦ ਰੱਖਿਓ, ਜਿਹਦਾ ਗੁਰੂ ਗ੍ਰੰਥ ਸਾਹਿਬ ਦੇ ਭਰੋਸਾ ਨਹੀਂ ਟਿਕਿਆ, ਇੱਥੋਂ ਕੁਝ ਨਹੀਂ ਮਿਲਿਆ, ਉਹ ਲੱਖਾਂ ਹੋਰ ਯਤਨ ਕਰਕੇ ਵੇਖ ਲੈ, ਦਾਤ ਕਿਤੋਂ ਉਹ ਨਹੀਂ ਮਿਲ ਸਕਦੀ। ਨਾਮਦੇਵ ਜੀ ਕਹਿੰਦੇ ਭਰੋਸਾ ਤੇ ਬਣਾ ਆਪਣਾ ਉਸ ਗੁਰੂ ਦੇ ਉੱਤੇ, ਉਸ ਗ੍ਰੰਥ ਦੇ ਉੱਤੇ, ਜਿਹਦੇ ਬਾਰੇ ਲੋਕਾਂ ਨੂੰ ਪ੍ਰਚਾਰ ਕਰਕੇ ਸਮਝਾਉਣਾ ਹੈ।
आज नामे बीटल देखा मूर्ख को समझाऊ रे पांडे तुमरी गायत्री लोधे का खेत खाती थी लेके ठगड़ा तंगरी टोगरी लागत लागत जाती थी पांडे तुमरा रामचंद्र सो भी आप देखा था रावण से भी सरवर हुई घर की जोए गवाई थी तू कहना कि जिहड़ा राम है उन्होंने रब का रूप कहना भगवान कहना दूजे कहना कहना लड़ाई च अपनी घर वाली गवा बैठा तू कह रहा मैं नहीं कह रहा पांडे तुमरा माँ देव धौले बल्द चढ़िया आवत देखा था कहते मोदी के करखाना पाका वाका लड़का मारिया था तू कहना भी किसी श्रद्धालु ने महादेव को अपने घरे बुला लिया खाना पसंद ना आया मुंडा ही मार आया वह मैं नहीं कह रहा कहते तू कह रहा एक बने महादेव को कहना महादेव भगवान है दूजे मैंने लोगों को कहना भी रोटी ना पसंद आई मुंडा मार आया कैसा तेरा भरोसा महादेव देव ते फिर भगत नामदेव जी कहते ने मैं तो इस तक ये तेन कहने वास्ते आया कि हिंदू अन्ना तुरकू काना दोहां ते ज्ञानी सियाणा कहते तू दोनों बनिया तो अन्या क्योंकि एक तो तेरा भगवान एक नहीं दूजा तेरा भरोसा कोई नहीं इस करके जो तुर्क मुसलमान को किया उन्होंने मैं ता कराना क्या एक कख दी है भी मुहम्मद साहब से भरोसा तो बड़ा रखते हैं पर यह कहते भी एक जगह तो है पश्चिम वाले बने बैठा कि होर रब है ही नहीं उत्थे की मन के बैठे इस करके एक कख भरोसे वाली है दूजी नहीं है हिंदू अन्ना तुर्कू काना दोवां ते ज्ञानी सियाणा हिंदू पूजे दियोरा मुसलमान मसीत पर मैं तेन कहना कि नामे सोई सेव्या जह दियोरा ना मसीत जरा कंधा दी चार दीवारियां नहीं बैठा मैं उन्होंने याद किया तो उन्होंने पाया जिथे साहब जी कहते वो किड्डे वड्डे भागां वाले जिन्हें भगत धन्ना जी कहते हैं कि धन है धन धरनी धर पाया मिल जन संत समान्या भी मैं रब नूं पा लिया रब के प्यारियां च बैठ के जो कबीर साहब जी कहते अब तो जाए चढ़े सिंहासन मिले है सारंग बानी राम कबीरा एक भय है कोई ना सके पछाणी हुण रब विच ते कबीर विच कोई अंतर नहीं एक रूप हो गए ने सतगुरु महाराज जी कहते किड्डे वड्डे भागां वाले उन्होंने इस कहना चाहिए भी बड़े वड्डे भागां वाले वो जिहड़े जीव हैं रब के प्यारे जिन्होंने हरि मंदिर की पहला समझ आ गई समझ आने तो बाद मेरे गरीब निवास से पातशाह महाराज जी कहते उस हरि परमात्मा के अंदर के टिकाणे नूं जान लिया कि रब अंदर बैठा होया फिर उसकी भाल कर ली भाल करके सारे खजाने उन्होंने मिल गए तो सतगुरु कहते जिन्होंने सारे खजाने मिल गए वो जीव बड़े वड्डे भागां वाले हैं वड भागी गढ़ मंदिर खोजिया हर हिरदै पाया नाल उन्होंने जिहड़ा एक किला सी ना सरी रूपी किला इस उन्होंने फतेह कर लिया है भाव के प्राप्त कर ली ये जी दात वस्तु सी वाहिगुरू परमात्मा ने पाई वो वड्डियां भागां वाले जिन्होंने ने हर मंदिर की खोज कर ली अपने अंदर दे इस हरमंदर नूं जिन्ना खोज लिया हुण कई बार कई कहते हैं जी तुसीं जिहड़ा अमृतसर हरमंदर साहब है ਉਹਦੇ बारे जो गल चलती है तो कई बार इस शब्द को उधर जोड़ दिता जाता है कि गुर सतगुरु का जो सेका खाए सो भलके उठा नाम ते आवे उद्यम करे भलके प्रभाती इशनान करे अमृतसर नहावे तो उन्होंने अमृतसर नहाना जो उधर जोड़ दिता जाता है कि देखो जी लिखा बाणी में तो भी रोज़ उठ के जो सिख है वो अमृतसर हूँ जो कनेडा बैठा किस तरह जाके रोज़ इशनान कर लेगा अमृतसर से तो उत्थे अमृत सरोवर जोड़ा प्रभु परमात्मा ने जो शरीर बनाया ना ये परमात्मा ने अमृत सरोवर बना के टिका दिता जोड़ा शब्द है ना कि संतां के कारज आप खलोया हर कम करावन आया राम धरत सुहावी ताल सुहावा विच अमृत जल छाया रामो भी अंदर की खेड़ है सारी वाहिगुरू परमात्मा ने कितनी में सोहनी धरती को अंदरों सोहना बना के ये नाम रूपी सरोवर कितना सोहना परमात्मा ने बनाया होया है तो सतगुरु इत्थे कह रहे हैं धन श्री गुरु अमरदास महाराज जी कहते हैं क्योंकि जे आप एक हरमंदिर साहब की गल करिए तो सतगुरु गुरु रामदास महाराज जी तो बाद में गुरु अर्जन देव महाराज जी की होंद में जोड़ा है जो बिल्कुल तैयार हो गया सरोवर में प्रकाश हो गया गुरु ग्रंथ साहब का आग बीटदा तां इसनूं अमृतसर शुरू होया पहलां तो ना कई रूपों में बदलते रहे ने खैर मैं उधर ना जावां सतगुरु कहते हैं जिन्हां भागां वाले जीवां ने अपने अंदर दी इस मंदिर की खोज कर ली जिहड़े अंदर की खोज में पै गए जिन्होंने पता चल गया कि वाहिगुरू परमात्मा किते बाहर नहीं अंदर है वो भागां वाले जीवां ने भाल कर करके वाहिगुरू परमात्मा की प्राप्ति कर ली फिर हिरदे पाया नाल उन्होंने अपने नाल वाहिगुरू परमात्मा जानते ने हर वेले कहते हैं कि गुर मेरे संग सदा है नाले वो कहते मैं जिथे भी जाना जै जै पेखूँ तह हजूर दूर कतों ना जाई रब रहा सरबत्तर मैं मन सदा ते आई वो ये कहते हैं मैं जिथे भी जाना मेरा मालिक मेरे नाल है अंग संग है तो सब कहते वड्डिया भागां वाले जीव हैं जिन्होंने हरि परमात्मा वाहिगुरू की ये दात मिल गई अज के शब्दों में मेरे साहब जी ने कृपा की कि जेड़े जीव टुट जाते हैं मालिक के शब्द नाम के नालों वो मनुखा जीवन में हुंदियां होइयां भी
ਉਹ ਪਸ਼ੂਆਂ ਵਰਗੀ ਜ਼ਿੰਦਗੀ ਜਿਉਂਦੇ ਨੇ, ਪਰ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਸਰੀਰ ਕੀ ਹੈ, ਜਿਹੜੇ ਇਹ ਜਾਣ ਜਾਂਦੇ ਨੇ ਕਿ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੇ ਨਾਨਕ ਉਹ ਸਰੀਰ ਪ੍ਰਵਾਨ ਵਾਜਨ ਸਤਿਗੁਰ ਸਿਉ ਚਿੱਤ ਲਾਇਆ। ਜਿਨ੍ਹਾਂ ਨੇ ਆਪਣਾ ਚਿੱਤ ਉਸ ਹਰੀ ਪ੍ਰਮਾਤਮਾ ਨਾਲ ਜੋੜ ਲਿਆ। ਮੇਰੇ ਸਾਹਿਬ ਜੀ ਕਹਿੰਦੇ ਉਹ ਜੀਵ ਵੱਡਿਆਂ ਭਾਗਾਂ ਵਾਲੇ ਬਣ ਗਏ। ਉਹਨਾਂ ਨੂੰ ਹੀ ਭਾਗਾਂ ਵਾਲੇ ਕਹਿਣਾ ਚਾਹੀਦਾ ਜਿਨ੍ਹਾਂ ਨੂੰ ਹਿਰਦੇ ਵਿੱਚ ਪਰਮਾਤਮਾ ਮਿਲ ਗਿਆ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਹਿਮਤ ਬਖਸ਼ਿਸ਼ ਕਰਨ। ਸ਼ਬਦ ਦੀ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਭੁੱਤਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ। ਆਓ ਸਾਧ ਸੰਗਤ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਦਾਸ ਸਮਾਪਤੀ ਕਰੇ ਜੀ। ਧੰਨ ਭਗਵੰਤੀ ਨਾਨਕਾ ਜਿਨਾ ਗੁਰਮੁਖ ਲੱਤਾ ਹਰ ਭਾਗ, ਵਡ ਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ